आओ जिन्नी क सतगुरां ने बुद्धि बख्शिश कीती है, क्योंकि गुरु का फरमान है बाणी का, आप आपनी बुद्ध है जेती, वर्णत भिन्न भिन्न तोहे तेती। हे अकाल पुरख वाहिगुरु, जिन्नी जिन्नी किसी नूं तू बुद्धि दन्ना है, ਉਹਦੇ ਅਕੋਰਡਿੰਗਲੀ ਉਹਦੇ ਅਨੁਸਾਰ ਤੇਰੇ ਗੁਣਾਂ ਦਾ ਵਰਣਨ ਇਹ ਸੰਸਾਰ ਦੇ ਜੀਵ ਕਰਦੇ ਹਨ। ਸੋ ਜਿੰਨੀ ਕੁ ਸਮਤ ਦਿੱਤੀ ਹੈ ਮਹਾਰਾਜ ਨੇ ਉਹਦੇ ਮੁਤਾਬਕ ਅਰਥ ਕਰਨ ਦਾ ਯਤਨ ਕਰਾਂਗੇ। ਵੈਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਗਮ ਅਗਾਧ ਹੈ। ਦਮਦਮੀ ਟਕਸਾਲ ਦੇ 11ਵੇਂ ਮੁਖੀ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਇਕੱਲੇ ਇੱਕ ਓਅੰਕਾਰ ਦੀ ਕਥਾ ਹੀ 40 ਦਿਨਾਂ ਦੇ ਵਿੱਚ ਕੀਤੀ ਸੀ। ਫਿਰ ਵੀ ਇਹ ਬਚਨ ਕਹਿ ਦਿੱਤਾ ਸੀ, ਭਾਈ ਗੁਰੂ ਦੀ ਬਾਣੀ ਅਗੰਮ ਅਗਾਧ ਹੈ, ਦਾਸ ਨੂੰ ਜਿੰਨੀ ਸਮਤ ਦਿੱਤੀ ਸੀ ਅਰਥ ਕਰ ਦਿੱਤੇ ਹੈ, ਅਰਥ ਅਜੇ ਹੋਰ ਵੀ ਬਹੁਤ ਹਨ। ਗੁਰੂ ਕੀ ਬਾਣੀ ਦੇ ਸਾਰੇ ਅਰਥ ਗੁਰੂ ਸਾਹਿਬ ਆਪ ਹੀ ਜਾਣਦੇ ਹਨ। ਜੇ ਕੋਈ ਦੁਨੀਆ ਦਾ ਵੱਡੇ ਤੋਂ ਵੱਡਾ ਵਿਦਵਾਨ ਇਹ ਕਹਿੰਦਾ ਕਿ ਮੈਂ ਸਾਰੇ ਅਰਥ ਜਾਣਦਾ, ਉਹ ਵਿਦਵਾਨ ਨਹੀਂ, ਮੂਰਖ ਹੈ। ਸਾਧ ਸੰਗਤ ਜੀ, ਗੁਰਬਾਣੀ ਕਹਿੰਦੀ ਹੈ, ਪੜ੍ਹਿਆ ਮੂਰਖ ਆਖੀਆ ਜਿਸ ਲੱਭ ਲੋਭ ਅਹੰਕਾਰਾ। ਜਿਹਨੂੰ 4 ਅੱਖਰਾਂ ਦਾ ਮਾਣ ਹੋ ਜਾਵੇ ਉਹ ਮੂਰਖ ਹੈ, ਅਕੋਰਡਿੰਗ ਟੂ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ। ਵਿਦਿਆ ਮਾੜੀ ਨਹੀਂ, ਵਿਦਿਆ ਦਾ ਮਾਣ ਮਾੜਾ ਹੈ। ਵਿਦਿਆ ਦੀ ਪ੍ਰਾਪਤੀ ਕਰਨੀ ਬਹੁਤ ਵੱਡਾ ਤਪ ਹੈ। ਵਿਦਿਆ ਤਪ ਜੋਗ ਪ੍ਰਭ ਧਿਆਨ, ਪਰ ਖਿਆਲ ਰੱਖਣਾ ਹੰਕਾਰ ਨਹੀਂ ਕਰਨਾ। ਇਸ ਕਰਕੇ ਕਥਾ ਕੀ ਹੈ, ਪ੍ਰਚਾਰ ਕੀ ਹੈ, ਇਹ ਤਾਂ ਜੀਵਨ ਹੀ ਪ੍ਰਚਾਰ ਹੋਇਆ ਕਰਦਾ ਹੈ। ਦਾਸ ਹਰ ਸਟੇਜ 'ਤੇ ਇੱਕੋ ਹੀ ਬੇਨਤੀ ਕਰਦਾ ਹੁੰਦਾ, ਕਿਉਂਕਿ ਪੰਜਾਬ ਦੇ ਵਿੱਚ ਇਹ ਜਿਹੜੀ ਕਥਾ ਦੀ ਲਗਨ ਲੱਗੀ, ਇਹ ਦਮਦਮੀ ਟਕਸਾਲ ਤੋਂ ਲੱਗੀ। 1988 ਦੇ ਵਿੱਚ ਦਮਦਮੀ ਟਕਸਾਲ 'ਚ ਜਾਣਾ ਹੋਇਆ। ਉਦੋਂ ਸੰਤ ਬਾਬਾ ਠਾਕਰ ਸਿੰਘ ਮਹਾਂਪੁਰਖ ਸਨ। ਨਾਲ ਨਾਲ ਦੁਨਿਆਵੀ ਪੜ੍ਹਾਈ ਕੀਤੀ, ਇੰਜੀਨੀਅਰਿੰਗ ਤੱਕ ਨਾਲ ਨਾਲ ਕਦੇ ਉੱਥੇ ਆਉਣਾ ਜਾਣਾ ਲੱਗਿਆ ਰਿਹਾ। ਉਸ ਤੋਂ ਬਾਅਦ ਹੁਣ ਸਾਡੇ ਵੱਡੇ ਭਰਾ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਦੇ ਮੁਖੀ, ਉਹ ਉੱਥੇ ਸੇਵਾ ਨਿਭਾ ਰਹੇ ਹੈ। ਸੋ ਜੋ ਟਕਸਾਲ ਦੇ ਵਿੱਚ ਪੜ੍ਹਿਆ ਜਾਂ ਸੁਣਿਆ ਹੈ ਕਿ ਪ੍ਰਚਾਰ ਤਾਂ ਜੀਵਨ ਹੀ ਹੁੰਦਾ ਮਨੁੱਖ ਦਾ। ਅੱਜ ਸਾਡੇ ਵਰਗੇ ਪ੍ਰਚਾਰ ਕਰਨ ਵਾਲੇ ਬੜੇ ਤੁਰੇ ਫਿਰਦੇ ਹੈ, ਪਰ ਆਸਰ ਨਹੀਂ ਹੋ ਰਿਹਾ। ਕਾਰਨ ਕੀ ਹੈ? ਕਿਉਂਕਿ ਸਾਡਾ ਆਪਣਾ ਜੀਵਨ ਨਹੀਂ, ਬਿਰਲਾ ਹੈ ਜੀਵਨ ਵਾਲਾ। ਅੱਜ ਕਹਿਣੀ ਵਾਲੇ ਬਹੁਤ ਹੈ, ਕਰਨੀ ਵਾਲੇ ਪ੍ਰਚਾਰਕਾਂ ਦੀ ਕੌਮ ਦੇ ਵਿੱਚ ਬਹੁਤ ਵੱਡੀ ਘਾਟ ਪੈਦਾ ਹੋ ਗਈ ਹੈ। ਇੱਕ ਫਿਰ ਹੈ ਘਨੇਰੇ ਕਰ ਹੈ ਗੱਲਾਂ, ਗੱਲੀ ਕਿਨੇ ਨਾ ਪਾਇਆ, ਗੱਲਾਂ ਦੇ ਨਾਲ ਨਹੀਂ ਗੱਲ ਬਣਿਆ ਕਰਦੀ। ਵੱਡੇ ਮਹਾਂਪੁਰਖ ਬਾਬਾ ਸੁੰਦਰ ਸਿੰਘ ਜੀ ਖਾਲਸਾ, ਜਿਨ੍ਹਾਂ ਦਾ ਨਿਤਨੇਮ ਬਹੁਤ ਵੱਡਾ ਸੀ, ਆਪਣੇ ਜਥੇ ਦੇ ਵਿੱਚ 25 ਸਿੰਘ ਰੱਖਿਆ ਕਰਦੇ। ਉਹਨਾਂ ਸਿੰਘਾਂ ਨੂੰ ਰੱਖਦੇ ਸੀ ਜਿਹੜੇ 5 ਬਾਣੀਆਂ ਅੰਮ੍ਰਿਤ ਵੇਲੇ ਰਹਿ ਰਾਸ, ਸ਼ਾਮ ਨੂੰ ਪੈਣ ਵੇਲੇ ਕੀਰਤਨ ਸੁਹੇਲਾ, ਉਸ ਤੋਂ ਬਿਨਾਂ 5 ਗ੍ਰੰਥੀ ਸਾਰੀ ਦਾ ਪਾਠ, ਜਾਂ 25 ਪਾਠ ਜਪਜੀ ਦੇ, ਜਾਂ 25,000 ਵਾਰ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਾ ਸੀ। ਟਕਸਾਲ ਵਿੱਚ ਮਹਾਂਪੁਰਖਾਂ ਤੋਂ ਦਾਸ ਨੇ ਸੁਣਿਆ ਕਿ ਜਿੱਥੋਂ ਜੀ ਸੰਤ ਬਾਬਾ ਸੁੰਦਰ ਸਿੰਘ ਲੰਘ ਜਾਇਆ ਕਰਦੇ, ਛੇਤੀ ਕੀਤਿਆਂ ਉਹਨਾਂ ਨੂੰ ਬੋਲਣ ਦੀ ਲੋੜ ਨਹੀਂ ਸੀ ਪੈਂਦੀ। ਉਹਨਾਂ ਨੂੰ ਦੇਖ ਕੇ ਸੰਗਤਾਂ ਗੁਰਮਤਿ ਵੱਲ ਪ੍ਰੇਰਿਤ ਹੋ ਜਾਇਆ ਕਰਦੀਆਂ ਸੀ। ਇਹ ਨਿਸ਼ਾਨੀ ਸਾਧ ਕੀ ਜਿਤ ਭੇੜਤ ਤਰੀਐ। ਸੋ ਕਥਾ ਦੇ ਘਰ ਤਾਂ ਬੜੀ ਦੂਰ ਦੀ ਗੱਲ ਹੈ, ਸਾਡਾ ਤਾਂ ਟਾਈਮ ਪਾਸ ਹੈ। ਕਥਾ ਕਰਕੇ ਬਾਬਾ ਸੁੰਦਰ ਸਿੰਘ ਖਾਲਸਾ, ਬਾਬਾ ਗੁਰਬਚਨ ਸਿੰਘ ਖਾਲਸਾ ਤੋਂ ਵੱਡਾ ਕਿਹੜਾ ਵਿਦਵਾਨ ਲੱਭੋਗੇ? ਸੰਤ ਬਾਬਾ ਕਰਤਾਰ ਸਿੰਘ ਖਾਲਸਾ, ਸੰਤ ਜਰਨੈਲ ਸਿੰਘ ਖਾਲਸਾ, ਐਸੇ ਮਹਾਂਪੁਰਖ ਕਹਿਣੀ ਤੇ ਕਰਨੀ ਦੇ ਪੂਰੇ। ਜੇ ਇੱਕ ਵਾਰੀ ਇਹਨਾਂ ਦੀ ਕਥਾ ਸੁਣ ਲਈਏ ਤਾਂ ਸਰੀਰ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਝਰਨਾਹਟ ਪੈਦਾ ਹੋ ਜਾਂਦੀ ਹੈ। ਸੋ ਆਓ ਕਰੋ ਯਤਨ, ਜੇ ਹੋਏ ਮਿਹਰਬਾਨਾ। ਆਪਾਂ ਯਤਨ ਕਰਾਂਗੇ ਅਰਥ ਕਰਨ ਦਾ, ਪਰ ਅਰਥ ਸਤਿਗੁਰੂ ਸੱਚੇ ਪਾਤਸ਼ਾਹ
हे गुरु हरकृष्ण, जिवें आप जी ने एक गूंगे दे सिर ते छड़ी रख करके अर्थ करवाए सी, उसे तरह दासां ते भी किरपा करो। जपजी साहिब की लड़ीवार कथा प्रारंभ है, 19 पौड़ियां तक कथा हो गई है। कल आप जी ने सुनिया है कि वाहिगुरू दे बेअंत नाम हन, बेअंत था हन। वो गमता तो परे है, अगम अगम आसंख लो, ओदे लो किन्ने ओदे लोक ने, आसंख हन, अनगिणत हन। कल ये आपने सुनिया ये जपजी साहिब की बाणी की उथानका की है, जपजी साहिब की बाणी कित्थे उचारी। ये नानक प्रकाश दे विच वचन आउंदे हन, सिद्धन संगहम चर्चा कीनी, तही उचारा जप परबीनी। जदों सिद्धा नाल समीर ते चर्चा होई, उन्हां दे सवालों का जवाब दिंदिआं सतगुरां ने ये बाणी उचारी। साध संगत जी, एक बारी इतिहास विच जिक्र आउंदा है, गुरु नानक पातशाह करतारपुर ठहरे हुए सी, जो पाकिस्तान दे विच है अजकल। उत्थे खट दर्शनी भेखां दे साधुआं दी जमात आई। गुरु अंगद साहब सच्चे पातशाह उस समय ते भाई लहणा जी दे रूप दे विच सेवा करदे सी। उन्हां महापुरखां ने आखिया, आप दा गुरमंत्र किहड़ा है, आप दा मूल मंत्र किहड़ा है, आप दा माला मंत्र किहड़ा है, किरपा करके दसना करो। तां भाई लहणा जी कहन लगे, गुरमंत्र है साडा वाहिगुरू, वाहिगुरू गुरमंत्र है, जप हउमै खोई। ये वाहिगुरू 4 अखरां दा शब्द है, कल्ले कल्ले अखर दी अकाल पुरख ने 9 जुग भगती करी है। जदों अकाल पुरख वाहिगुरू जी स्वै स्वरूप दे विच लीन सी, अरबद नरबद धंधूकारा, धरन ना गगना हुक्म अपारा। जदों इत्थे कुछ भी नहीं सी, सृष्टि की रचना नहीं सी हुई, उदों अकाल पुरख वाहिगुरू जी ने ये शब्द वाहिगुरू गुरमंत्र 4 अखरां दा 36 युग कीओ गवार, फिर यह शब्द होंद विच आया। गुरु नानक जदों 1.5 साल दे होए, सब तो पहला उन्हां दी रसना तो वाहिगुरू ही शब्द निकलिया सी। जदों बच्चा 1.5 साल की उम्र का हुंदा है, माँ ਜਾਂ पिता का नाम मुख तो कढ़दा है, पर गुरु नानक की रसना तो वाहिगुरू शब्द निकलिया सी। फिर अगे आओ, कहंदे वाहिगुरू साडा गुरमंत्र है, मूल मंत्र साडा एक ओंकार तो लैके नानक होसी भी सच तक है। कहंदे माला मंत्र तुहाडा किहड़ा है, कहंदे माला मंत्र बारे अजे मैं पुछया नहीं, गुरु साहब नूं मैं पुछांगा। गुरु साहब नूं पुछया, गुरु नानक पातशाह नूं। कहन लगे, भाई लहणा जी, जिहड़ा जपजी साहब की बाणी है, असीं सिद्धां दे नाल जिहड़ी चर्चा कीती, समेर ते उचारना कीती, ये माला मंत्र है। इहदियां पौड़ियां नूं तरतीब दत्ती गुरु अंगद साहब सच्चे पातशाह ने। बाणी गुरु नानक साहब दी है। आओ ते इत्थे हुण जिहड़ी 20वीं पौड़ी उचारना कीती, इहदी उथानका की है। उथानका दा भाव हुंदा है कि जदों किसी पौड़ी की आपां व्याख्या करनी है, उहदे भाव नूं प्रगट करे। उथानका, इहदी उथानका यह है, सिद्धा ने प्रश्न किया। सिद्धां दा प्रश्न सी, जदों वाहिगुरू दा स्वरूप गुरु नानक पातशाह ने कह दिता कि वाहिगुरू दे बेअंत नाम हन, बेअंत थाव हन, जो तुद पावै साई भली कार, जो तैनूं भाउंदा वो हुंदा है, तू सदा सलामत निरंकार, हे निरंकार वाहिगुरू तू सदा ही सलामत है। उस वाहिगुरू का नाम जपना चाहिदा है। तां फिर सिद्धा ने प्रश्न किया कि हे सतगुरु जी, तुसी कहने हो कि वाहिगुरू का नाम जपे बिना ਸਰੂਪ ਦੀ ਸਾਖਿਆਤਾ ਨਹੀਂ ਹੁੰਦੀ, ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ, ਪਰਮੇਸ਼ਰ ਦਾ ਮਿਲਾਪ ਨਹੀਂ ਹੁੰਦਾ, ਨਾਮ ਨਾਮੀ ਦੇ ਵਿੱਚ ਭੇਦ ਕਰਦਾ ਹੈ। ਭਰੀਐ ਮਤ ਪਾਪਾਂ ਕੈ ਸੰਗ, ਪਰ ਸਾਡੀ ਜਿਹੜੀ ਬੁੱਧੀ ਹੈ ਪਾਪਾਂ ਨਾਲ ਮਲੀਨ ਹੋਈ ਪਈ ਹੈ। ਇਸ ਬੁੱਧੀ ਤੇ ਪਾਪਾਂ ਦੀ ਪਰਤ ਚੜ੍ਹੀ ਹੋਈ ਹੈ। ਸੱਚੇ ਪਾਤਸ਼ਾਹ ਇਹਨੂੰ ਪਵਿੱਤਰ ਕਿਵੇਂ ਕੀਤਾ ਜਾ ਸਕੇ, ਕਿਰਪਾ ਕਰਕੇ ਸਾਨੂੰ ਇਹ ਦੱਸਣਾ ਕਰੋ
कि साडी बुद्धि जिहड़ी है ये पवित्र किवें होवे। बिना नाम जपे सरूप की साख्यता नहीं हुंदी, देह अध्यास नहीं टुटदा, रब दा मिलाप नहीं हुंदा। पर नाम जपना बहुत औखा है। आखण औखा साचा नाओ, नाम दा जपना बहुत औखा है। सच्चे पातशाह किरपा करो। ते फिर गुरु साहब सच्चे पातशाह सिद्धा ने सवाल किया कि आप जी नाम जपण वास्ते कहंदे हो, नाम जपे बिना रब दा मिलाप नहीं हुंदा, पर बुद्धि ते पापां दी परत चढ़ी पई है, ये पवित्र किवें होवे जिहड़ी साडी मत बुद्ध है। किरपा करके दसना करो। ये सिद्धां दा प्रश्न है। वो सिद्ध बड़े कमाइयां वाले सी, पर वो साध संगत जी हठ योग दे विच उलझे होए सीगे। गुरु नानक पातशाह ने संसार दे विच नाम योग वरताया है। हठ योग एक कीड़ी मार्ग दी न्याई है, नाम योग एक पंखी मार्ग दी न्याई है। जिवें कीड़ी है, दरख्त दे उपर चढ़न वास्ते, टीसी ते चढ़न वास्ते कीड़ी नूं बड़ा टाइम लगेगा, पर पंछी एकदम उडारी मार के दरख्त की टीसी ते बह जाता है। इसे तरह जिहड़ा सिद्धां दा रस्ता सी, इहदे विचों 99% बंदे फेल हुंदे सी। ज़्यादा प्राणायाम, नेती, धोती, कपाली आदि साधन करते सी, पर गुरु नानक ने नाम योग वरताया। सुरत ते शब्द का मार्ग दस्या है। सिद्ध गोष्ठ बाणी पढ़ लो। महाराज कहते सुरत शब्द भव सागर तरीए, नानक नाम बखाना। सुरत नूं शब्द नाल जोड़ के रख। हे गुरसिखा, भाई तू किरत कर, बिजनस कर, पर शर्त यह है सच्ची सुच्ची किरत होवे, बेईमानी दी नहीं। जे बेईमानी दी करेगा, बहु प्रपंच कर पर धन लियावै, सुतदारा पहयान लटावै, मन मेरे भूले कपट न कीजै, अंत नवेरा तेरे जी पहलीजै। कई तरह के ढंग करके जे तू परिवार नूं पालन वास्ते माया इकट्ठी करके लैके आवेंगा, याद रखी अंत समय तेरी जिंद नूं लेखा देना पवेगा। जिवें वाल्मीकि जी नूं महापुरुषां ने समझाया सी, पहला उहदा जीवन होर सी, बाद विच भगत बन गया। वाल्मीकि होआ साध संग, ध्रू को मिलिया हरन संग, ऐसा जीवन बन गया बाद विच। आओ ते सतगुरु महाराज नूं सिद्ध कहन लगे, साडे तां ग्रंथां दे विच प्राणायाम दा कथन किया है कि प्राणायाम दे नाल अंतशकरण शुद्ध हुंदा है। 4 चीज़ां तो मिल के अंतशकरण बनता है, मन, चित्त, बुद्धि ते अहं भाव। साडे तां इस तरह लिखिया है, पर तुसीं किरपा करके दसना करो गुरु गरीब नवाज। ते सतगुरु महाराज फिर उदाहरण दिंदे हन। 2 तरह के अर्थ हुंदे ने, एक बहरूनी अर्थ ने, एक अंदरूनी अर्थ ने। अंतरीव अर्थ गुरबाणी दे, एक बाहरले अर्थ। आपां दोए करन दा यतन करांगे। सतगुरु कहंदे, भाई सिद्ध पुरुषो, तुसी कहने हो भी नाम जपना चाहिए, पर बुद्धि पापां च प्रवृत्त होण करके पापां दी मैल चढ़ी पई है। ਇਹਦੀ मैल किवें लहे, तुहाडा ये प्रश्न है। कहते हाँ महाराज दसना करो। सतगुरु कहते भाई सरवण करो, भरीए हथ पैर तन देह। सतगुरु गुरु गरीब नवाज कहते, हे सिद्ध पुरुषो, जिवें हथ पैर तन, तन कहते ने गोडियां तो लैके मोढियां तक जिहड़ा साडा बॉडी का विचकारला पार्ट है ना, दैट्स कॉल्ड टन। तन, इनू तन कहा जाता है। गोडियां तो मोढियां तक इनू तन कहते हैं। तो बाकी दे जिहड़ा शरीर है सारे नू देह कहा जाता है। हथ पैर हो गए। बाहरले अर्थ ते अंतरीव अर्थ आपां करने हैं। भरीए हथ पैर तन देह। हे भाई सिद्ध पुरुषो, जदों मिट्टी पै जावे हत्थां ते पैरां ते तन ते देह ते, तां पानी धोता उतर सोखे। फिर पानी नाल धो के जिहड़ी मिट्टी है लह जाती है,
ਇਹ ਉੱਤਰ ਸੋ ਖੇਹ, ਉੱਤਰ ਸੋ ਖੇਹ ਇਹ ਟਕਸਾਲ ਦਾ ਇਹ ਪਾਠ ਹੈ। ਵੱਖ ਵੱਖ ਪਰ ਕਈ ਵਿਦਵਾਨਾਂ ਨੇ ਇਕੱਠਾ ਹੀ ਪਾਠ ਇਹਦੇ ਪੜ੍ਹਿਆ। ਉੱਤਰਸ ਇਕੱਠਾ ਹੀ ਪਾਠ ਕਰਦੇ ਆ ਕਈ ਵਿਦਵਾਨ, ਪਰ ਟਕਸਾਲ ਦੇ ਵਿੱਚ ਜਿਹੜਾ ਪੜ੍ਹਾਇਆ ਜਾਂਦਾ ਉੱਤਰ ਸੋ ਖੇਹ ਵੱਖ ਵੱਖ ਕਰਕੇ ਪੜ੍ਹਾਇਆ ਜਾਂਦਾ ਹੈ। ਆਪਾਂ ਜਦੋਂ ਮਿੱਟੀ ਪੈ ਜਾਂਦੀ ਹੈ ਆਪਣੇ ਤਨ 'ਤੇ, ਸਰੀਰ 'ਤੇ, ਹੱਥ ਪੈਰਾਂ 'ਤੇ ਡਸਟ ਪੈ ਜਾਂਦੀ ਹੈ ਤਾਂ ਪਾਣੀ ਨਾਲ ਆਪਾਂ ਧੋ ਲੈਂਦੇ ਹਾਂ ਸਾਧ ਸੰਗਤ ਜੀ। ਹੁਣ ਅੱਗੇ ਫਿਰ ਸਤਿਗੁਰੂ ਕਹਿੰਦੇ ਹਨ ਮੂਤ ਪਲੀਤੀ ਕੱਪੜ ਹੋਏ। ਜੇ ਮੂਤ ਕਹਿੰਦੇ ਨੇ ਪਿਸ਼ਾਬ ਆਦਿਕ ਕੱਪੜਿਆਂ 'ਤੇ ਪੈ ਜਾਵੇ, ਕੱਪੜੇ ਅਪਵਿੱਤਰ ਹੋ ਜਾਣ, ਤਾਂ ਫਿਰ ਕੀ ਕਰਦੇ ਐ? ਦੇ ਸਾਬੂਨ ਲਈਐ ਉਹ ਧੋਏ। ਫਿਰ ਆਪਾਂ ਸਾਬਣ ਲੈ ਕੇ ਉਹਨਾਂ ਨੂੰ ਕਲੀਨ ਕਰ ਲੈਂਦੇ ਹਾਂ ਕੱਪੜਿਆਂ ਨੂੰ। ਅੱਜ ਕੱਲ੍ਹ ਬੜੇ ਪ੍ਰਕਾਰ ਦੇ ਡਿਟਰਜੈਂਟ ਚੱਲ ਪਏ ਹੈ ਕਿ ਇਹਦੇ 'ਤੇ ਪਿਸ਼ਾਬ ਆਦਿਕ ਦੇ ਛਿੱਟੇ ਪੈ ਗਏ ਬਾਥਰੂਮ ਦੇ, ਅਤੇ ਫਿਰ ਸਾਬਣ ਲੈ ਕੇ ਉਹਨਾਂ ਨੂੰ ਆਪਾਂ ਧੋ ਲੈਂਦੇ ਹਾਂ। ਪਰ ਇਹ ਤਾਂ ਹੈਗੇ ਨੇ ਅਸਥੂਲ। ਅਸਥੂਲ ਦੀ ਮੈਲ ਅਸਥੂਲ ਨੇ ਕੱਟਣੀ ਹੈ। ਅਸਥੂਲ ਕਹਿੰਦੇ ਨੇ ਜਿਹੜੀ ਚੀਜ਼ ਪਕੜ ਵਿੱਚ ਆ ਸਕੇ, ਜਿਹੜੀ ਚੀਜ਼ ਨੰਗੀਆਂ ਅੱਖਾਂ ਨਾਲ ਦਿਖੇ ਉਹਨੂੰ ਕਹਿੰਦੇ ਨੇ ਅਸਥੂਲ। ਜਿਵੇਂ ਸਾਡੇ 3 ਪ੍ਰਕਾਰ ਦੇ ਸਰੀਰ ਹਨ। ਆਹ ਜਿਹੜਾ ਸਾਡਾ ਸਰੀਰ ਦਿਖਦਾ ਇਹਨੂੰ ਕਹਿੰਦੇ ਨੇ ਅਸਥੂਲ ਸਰੀਰ। ਇੱਕ ਸਾਡੇ ਅੰਦਰ ਸਰੀਰ ਹੈ ਉਹਨੂੰ ਕਹਿੰਦੇ ਨੇ ਸੂਖਮ, ਇੱਕ ਕਾਰਨ ਸਰੀਰ ਹੈ। 3 ਪ੍ਰਕਾਰ ਦੇ ਸਾਡੇ ਸਰੀਰ ਹਨ। ਸੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਅਸਥੂਲ ਹੈ, ਦਿਖਦਾ ਹੈ, ਤੇ ਇਹਦੀ ਮੈਲ ਵੀ ਅਸਥੂਲ ਨੇ ਹੀ ਕੱਟਣੀ ਹੈ। ਸਾਬਣ ਵੀ ਅਸਥੂਲ ਹੈ, ਤੇ ਸਰੀਰ ਵੀ ਅਸਥੂਲ ਹੈ, ਤੇ ਕੱਪੜਾ ਵੀ ਅਸਥੂਲ ਹੈ। ਅਸਥੂਲ ਦੀ ਮੈਲ ਅਸਥੂਲ ਨੇ ਕੱਟਣੀ ਹੈ। ਭਰੀਏ ਹੱਥ ਪੈਰ ਤਨ ਦੇ। ਵੈਨ ਆਵਰ ਹੈਂਡਸ ਐਂਡ ਫੀਟਸ ਆਰ ਡਾਟੀ, ਜਦੋਂ ਸਾਡੇ ਹੱਥ ਪੈਰ ਗੰਦੇ ਹੁੰਦੇ ਹੈ ਤਾਂ ਵਾਟਰ ਕੈਨ ਰਿਮੂਵਡ ਆਲ ਦਾ ਡਸਟ, ਪਾਣੀ ਜਿਹੜਾ ਨਾ ਮਿੱਟੀ ਨੂੰ ਧੋ ਦਿੰਦਾ ਹੈ। ਅੱਗੇ ਫਿਰ ਹੁਣ ਅੰਤਰੀਵ ਅਰਥ ਆਵੇਗਾ। ਤੇ ਮੂਤ ਪਲੀਤੀ ਕੱਪੜ ਹੋਏ। ਜਦੋਂ ਯੂਰੈਨ, ਇੰਗਲਿਸ਼ ਦੇ ਵਿੱਚ ਯੂਰੈਨ ਕਹਿੰਦੇ ਨੇ ਪਿਸ਼ਾਬ ਨੂੰ, ਜਦੋਂ ਯੂਰੇਨ ਸਾਡੇ ਕੱਪੜਿਆਂ 'ਤੇ ਵੈਨ ਆਵਰ ਕਲੋਥਸ ਡਾਰਟੀ ਵਿਦ ਦਾ ਯੂਰੇਨ ਦੈਨ ਇਟ ਆਲਸੋ ਵਾਸ਼ਡ ਬਾਈ ਦਾ ਡਿਟਰਜੈਂਟ, ਤਾਂ ਸਾਧ ਸੰਗਤ ਸਾਬਣ ਵਗੈਰਾ ਦੇ ਨਾਲ ਇਹਨਾਂ ਨੂੰ ਧੋਤਾ ਜਾਂਦਾ ਹੈ। ਪਰ ਹੁਣ ਅੱਗੇ ਗੱਲ ਆਉਂਦੀ ਹੈ ਸਾਡੇ ਇੰਟੈਕਚੁਅਲ ਦੀ। ਇੰਟੈਕਚੁਅਲ ਦਾ ਮਤਲਬ ਹੈ ਅੰਦਰਲੀ ਮਤ ਦੀ। ਇਹਨੂੰ ਇੰਗਲਿਸ਼ ਦੇ ਵਿੱਚ ਇੰਟੈਕਚੁਅਲ ਕਿਹਾ ਜਾਂਦਾ ਹੈ। ਵੈਨ ਆਵਰ ਇੰਟੈਕਚੁਅਲ polluted and stained by the sin, sin ਕਹਿੰਦੇ ਨੇ ਪਾਪ ਨੂੰ ਪੰਜਾਬੀ ਦੇ ਵਿੱਚ, ਇੰਗਲਿਸ਼ ਦੇ ਵਿੱਚ sin ਕਹਿੰਦੇ ਨੇ SIN, sin, then it's only removed, cleaned by the love of the God of God's name, ਤਾਂ ਇਹ ਪਰਮੇਸ਼ਰ ਦੇ ਨਾਮ ਰੂਪੀ ਪਾਣੀ ਦੇ ਨਾਲ ਧੋਤਾ ਜਾਂਦਾ ਹੈ। ਭਰੀਏ ਮਤ ਪਾਪਾਂ ਕੈ ਸੰਗ, ਜਦੋਂ ਕਿਸੇ ਮਨੁੱਖ ਦੀ ਮੱਤ ਪਾਪਾਂ ਨਾਲ ਸਾਧ ਸੰਗਤ ਜੀ ਭਰ ਜਾਵੇ ਤਾਂ ਫਿਰ ਅੱਗੇ ਕੀ ਕਰਦੇ ਹੈ? ਉਹ ਧੋਪੈ ਨਾਵੈ ਕੈ ਰੰਗ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜਦੋਂ ਮੱਤ ਪਾਪਾਂ ਨਾਲ ਮਲੀਨ ਹੋ ਗਈ ਤਾਂ ਮੱਤ ਜਿਹੜੀ ਹੈ ਨਾਮ ਰੂਪੀ ਰੰਗਤ ਚੜ੍ਹਨ ਦੇ ਨਾਲ ਹੀ ਸ਼ੁੱਧ ਹੋਵੇਗੀ। ਜਿਵੇਂ ਧੋਬੀ ਹੁੰਦਾ ਹੈ, ਧੋਬੀ ਕੱਪੜੇ ਧੋਣ ਵਾਲਾ ਦਰਿਆ ਦੇ ਕਿਨਾਰੇ 'ਤੇ ਕੱਪੜੇ ਲੈ ਜਾਂਦਾ। ਜਿੱਥੇ ਧੋਬੀ ਘਾਟ ਬਣਿਆ ਹੁੰਦਾ ਹੈ ਉੱਥੇ ਫੱਟੀ 'ਤੇ ਬਹਿ ਜਾਂਦਾ ਹੈ। ਫੱਟੀ 'ਤੇ ਬੈਠ ਕੇ ਕੱਪੜਿਆਂ ਦੇ ਉੱਪਰ ਪਾਣੀ ਪਾਉਂਦਾ ਹੈ, ਫਿਰ ਸਾਬਣ ਲਾਉਂਦਾ ਹੈ। ਉਸ ਤੋਂ ਬਾਅਦ ਐ ਮੁੱਕੀਆਂ ਮਾਰ ਮਾਰ ਕੇ ਕੁੱਟ-ਕੁੱਟ ਕੇ ਮੈਲ ਕੱਢਦਾ ਹੈ। ਹੁਣ ਇਹਦਾ ਅੰਤਰੀਵ ਅਰਥ ਕੀ ਹੈ? ਮਨ ਰੂਪੀ ਕੱਪੜਾ ਹੋ ਗਿਆ ਗੰਦਾ, ਇਹ ਸਤ ਸੰਗਤ ਰੂਪੀ ਘਾਟ ਹੈ। ਗੁਰ ਦਰਿਆਓ ਸਦਾ ਜਲ ਨਿਰਮਲ, ਇਹ ਗੁਰੂ ਦਰਿਆ ਦੀ ਨਿਆਈ ਹੈ। ਸਤ ਸੰਗਤ ਰੂਪੀ ਘਾਟ 'ਤੇ ਜਾ ਕੇ ਫੱਟੀ ਕਿਹੜੀ ਲੈਣੀ ਹੈ? ਨਿਸ਼ਚੇ ਦੀ। ਨਿਸ਼ਚੇ ਰੂਪੀ ਪਟੜੀ 'ਤੇ ਬੈਠ ਕਰਕੇ
प्रेम रूपी साबन ला के, प्रेम रूपी पानी पा के ते नाम रूपी साबन ला के ये मन रूपी जिहड़ा वस्त्र है इहदी सफाई होवेगी। साध संगत जी, मन रूपी वस्त्र दी, सत संगत रूपी आ घाट है। सत संगत जिथे आपां बैठे हाँ, इत्थे आके मन रूपी वस्त्र शुद्ध होवेगा। सत संगत कैसी जानी है? जिथे एको नाम बखानी है। एको तो भाव एक अकाल पुरख दे नाम दा जिथे वख्यान कीता जांदा होवे उहनूं सत संगत कहा जांदा है। एक हुंदी है संगत। संगत जिथे दो बंदे बैठ गए, संगत बुरियां दी भी हो सकती है, चंगियां दी भी। अवॉइड द बैड कंपनी, हमेशा बुरी संगत तो बचो। एक हुंदी है साध संगत। साध संगत भले पुरुषां दी संगत नूं कहा जांदा है। ये आ सत संगत जिथे सत वस्तु की विचार होवे, जिथे आत्मक स्वरूप की साख्याता की गल होवे उहनूं कहंदे ने सत संगत। ये आ सत संगत। सत संगत रूपी घाट ते जाके मन रूपी कपड़े ते प्रेम रूपी जल पाउणा है, नाम रूपी साबन लाउणा है, जुगतियां रूपी मुक्कियां नाल कुट के ते ओदी पापा रूपी मैल कढनी है। साध संगत जी, भरिया मत पापां का संग, ओ धोपा नावे के रंग। बड़े बड़े पापी पुरुषां दे नाम जपन करके मन की मैल दूर हो गई। गणका की साखी लगेगी इत्थे। एक चंद्रमणि सी, वो बेशवा सी, गणका जी नूं कहंदे है। अपना पैसे खातर अपनी इज्जत नीलाम करिया करदी सी पराए पुरुषां दे कोले। गुरबाणी च भी गणका दा जिक्र आउंदा है। ते भाई गुरदास जी जिन्हां दियां वारां नूं गुरु ग्रंथ साहिब दी कुंजी कहंदे है। गुरबाणी दी कुंजी बाणी जो भाई गुरदास बखानी। भाई गुरदास जी दियां वारां च भी जिक्र आउंदा है। गणका पापन होए कै, पापां दा गलहार परोता। महापुरख अचानचक गणका वाड़े आए खलोता। दुरमत देख दयाल होए, हथों उसनों दितोस तोता। ये भाई गुरदास की रचना है। साध संगत जी, अज दे ऐसे निंदक ते कूड़ दे प्रचारक पैदा हो गए। लिबास सिखां वाला पाया है, गात्रा भी उपर दी पाया है। भाई गुरदास दियां 12 ते किंतु परंतु, सूरज प्रकाश ते किंतु परंतु, इतिहास ते किंतु परंतु, इतिहासक गुरद्वारियां ते किंतु परंतु, इतिहासक सरोवरां ते किंतु परंतु करते है। साध संगत जी, लिबास इन्हां बहरूपियां ने सिखां वाला पाया है ते बचन की लोड़ है ऐसे बहरूपियां तो ਜਿਹੜੇ सिक्खी दियां जड़ां च तेल पाउण दा काम कर रहे हैं। बड़े आए इहो जे, बड़े गए, कोई बात नहीं पुछदा, ना लोक विच ते ना परलोक विच। ऐसे निंदकां दा साध संगत जी मूँह काला होया करदा है। इस करके आओ, यूअर थिंकिंग शुड बी यूनीवर्सल। तुहाडी सोच ब्रह्मंडी सोच होनी चाहिए है कि हर जगह परमेश्वर का वासा है। इत्थों तक ऐसे एक दुष्ट प्रचारक दे मूहों असी सुनिया कि ये साखीओ गलत है कि गुरु हरकृष्ण महाराज ने पंजोखरा साहब की धरती ते गूंगे दे सिर ते छड़ी रख के अर्थ नहीं करवाए। ये साखीओ गलत है। कहंदा ये साखीओ गलत है कि बाबा बुढ़ा जी ने माता गंगा जी नूं ये वरे नहीं दिता कि तुमरे ग्रह प्रगटेगा योद्धा, जाको बलगुण किनू ना होगा। ते बाकी तो सारे हो गए झूठे। सरोवरां ते किंतु परंतु, इतिहासक इमारतां ते तुसी 4 जाने हो गए बहुते सच्चे। बचन की लोड़ है इदां दे लोकां नूं स्टेजां ते ना साध संगत चढ़न दिया करो। यूअर थिंकिंग शुड बी यूनीवर्सल। ब्रह्मंडी सोच। लोग तो पहली बाणी पढ़न नूं तैयार नहीं रहिंदी, खूंदी कसर इदां दे लोग कढ़ दिंदे है। गल गल ते जिहड़ा शंका करदा है, तर्क करदा है, याद रखियो उहनूं नरक मिलदा है। जिहड़ा गुरु की बाणी ते गुरु के इतिहास ते शरधा रखदा है उहनूं गुरु की गोद प्राप्त हुंदी है। गणका दे बारे एक दिन महापुरख रात नूं ओहदे अचानक मींह पैंदा सी। कोई महापुरख उन्हां नूं पता नहीं सी
कि ये बेशवा का घर है। उन्होंने दरवाज़ा खड़काया, विरध अवस्था सी। उस बीबी ने दरवाज़ा खोलिया, कहन लगे बेटा बारिश पैंदी है, कृपा करके मैं अंदर आ जावां। हैरान होई कि अज तक मैनू माड़ी निगाह नाल देखण वाले लोग आए ने, बेटा कहण वाला, पुत्री कहण वाला तो पहली बारी कोई आया है। इन्हां दा चेहरा भी बड़ा दग-दग करदा है। ये निशानी साध की जित भेड़त तरी है। ये पूरे महापुरख की निशानी है। साडे वड्डे महापुरख बाबा ठाकर सिंह भिंडरां वाले, जिहड़ा उन्हां दे दर्शन कर लैंदा सी, ओहदी सुरत नाम च जुड़ जाया करदी सी। ऐसा उन्हां दा फेस इंप्रैशन सी। संत बाबा जरनैल सिंह खालसा दा जिहड़ा दर्शन कर लैंदा सी, वो लबा लब जोश नाल भर जाया करदा सी। एवें नहीं अज बहुत सारे लोग, कोई बाजार दे विचों तीर लैके 500 का भिंडरां वाला नहीं बनया जाना। तीर तां बाजार विचों मिल जू, कोई चोला पा के भिंडरां वाला जां उदां दा गर्म लैक्चर करके नहीं बनया जाना। संत बाबा जरनैल सिंह दा जीवन 22 घंटे का नितनेम बाबा जरनैल सिंह करया करदे। 22 घंटे का चौंकड़ा सी। 5 बाणियां रहरास कीर्तन सोहला, ये 7 बाणियां का गुरु के सिख नूं हुक्म है। इस तो बिना 51 पन्ने श्री गुरु ग्रंथ साहिब दे, सारी 5 ग्रंथी, 101 जपजी का पाठ। मਹਿਤਾ चौंक बाबा हरनाम सिंह खालसा ने दास नूं बचन सुनाया, कहंदे 2.5 मिनट दे विच जपजी का पाठ बाबा जरनैल सिंह कर दिया करदे। इन्ना अभ्यास सी। 20 मिनट दे विच सुखमणी का पाठ। गुरमुख रोम रोम हर ध्यावै वाली अवस्था सी महापुरखां दी। एवें नहीं रशिया इंग्लैंड ते आ इंदिरा गांधी दियां फौजां दी गोडी लवा दित्ती। साध संगत जी, एक दास बेनती करेगा, आई हंबल रिक्वेस्ट टू द प्राइम मिनिस्टर ऑफ इंडिया श्री नरेंद्र मोदी जी, प्लीज चेंज द नेम ऑफ इंदिरा गांधी इंटरनेशनल एयरपोर्ट, कीप ऑन द श्री गुरु तेग बहादुर साहब। आ जिहड़ा सिखां दी कातल दे नां ते जिहड़ा ये बनाया ना एयरपोर्ट, ये चढ़ाउंदा है, ये बदल के श्री गुरु तेग बहादुर सच्चे पातशाह दे नां ते इंटरनेशनल एयरपोर्ट का नां रखा जाना चाहिए। अज जे सनातन मत, जे हिंदू धर्म संसार ते है, ड्यू टू गुरु तेग बहादुर सच्चे पातशाह, गुरु तेग बहादुर सच्चे पातशाह दे करके अज सनातन मत जिउंदा है। इस करके प्रधानमंत्री साहब इस गल ते जरूर गौर करनगे, ये एयरपोर्ट का नाम बदल के श्री गुरु तेग बहादुर सच्चे पातशाह के नाम ते रखणगे। ये हंबल रिक्वेस्ट है। आओ साध संगत जी, भरी है मत पापां कै संग, गणका दी मत पापां च भरी हुई सी, ते महापुरखां दी जदों सेवा करी, दुरमत देख दयाल होए, महापुरख दयालता दे घर आ गए। हथों उसनूं दितोस तोता, अपने हथी उहनूं तोता दे दिता। कहन लगे क्योंकि महापुरखां नूं पता सी इहदी बिरती तामशी है। 3 प्रकार की बिरती हुंदी है, राजसी, तामसी, शांतकी। महापुरखां नूं पता सी, जिवें वाल्मीक नूं कह दिता सी संतां ने, मरा मरा करी चलिया कर, उल्ट के राम राम हो गया। ये नाम जपण की जुगती रब दे प्यारे दसदे है। साध संगत जी, जुगती दस दित्ती महापुरखां नूं पता सी, जे सीधा कहांगे ये तो नाम नहीं जपिया जाना। ते महापुरखां ने कह दिता, बीबा लै ये तोता लै लै, इनू चूरी खुआई, नाले राम राम दा जाप जपाई। ते इसे तरह जपाउंदी रही, ते हुण हौली हौली अंदरों मैल धोती गई, उहदा कोठा खाली होना शुरू हो गया। हौली हौली बिरती संतां वाली बानी शुरू हो गई। संत किसी चोले का नाम नहीं, संत किसी डेरे का नाम नहीं। पर अफसोस है अज दे समय च जिहड़ा ज़्यादा प्रसिद्ध हो जावे, बड़ा डेरा है ते बड़ी गड्डी रखी है, कहणगे बड़ा संत आ गया। संत नाम कमाई दा है, साध नाम निर्मलता के कर्म। आ कई साडे वर्गे पखंडियां नूं संत मन्नी जाते है। साध वो है जिहड़ा शुभ कर्म करता है, श्रेष्ठ कर्म करता है। साध संगत ओनू साधु कहते है।
ਤੇ ਹੌਲੀ ਹੌਲੀ ਬਿਰਤੀ ਬਦਲ ਗਈ। ਤੇ ਇੱਕ ਦਿਨ ਫਿਰ ਉਹ ਸਮਾਂ ਆਇਆ, 6 ਰੁੱਤਾਂ ਹੁੰਦੀਆਂ ਨੇ, ਚਮਾਸੇ ਦੀ ਰੁੱਤ ਆਈ, ਬਾਰਿਸ਼ ਪੈਂਦੀ ਹੈ। ਉਹਦੇ ਤੋਤੇ ਦੇ ਪਿੰਜਰੇ 'ਚ ਸੱਪ ਨੇ ਵੜ ਕੇ ਤੋਤੇ ਨੂੰ ਡੰਗ ਦਿੱਤਾ ਤੇ ਬੀਬੀ ਅੰਮ੍ਰਿਤ ਵੇਲੇ ਉੱਠੀ ਤੇ ਜਦੋਂ ਆਵਾਜ਼ ਮਾਰੀ, ਕਹਿ ਗੰਗਾ ਰਾਮ ਰਾਮ ਰਾਮ, ਲੇਕਿਨ ਤੋਤਾ ਬੋਲਿਆ ਨਹੀਂ, ਕਿਉਂਕਿ ਉਹਦੇ ਪ੍ਰਾਣ ਨਿਕਲ ਗਏ ਸੀ ਸੱਪ ਦੇ ਡੰਗਣ ਕਰਕੇ। ਤੇ ਫਿਰ ਜਦੋਂ ਦੇਖਿਆ ਵੀ ਕਿਤੇ ਸੁੱਤਾ ਪਿਆ ਹੋਣਾ, ਪਿੰਜਰੇ 'ਚ ਹੱਥ ਪਾਇਆ, ਸੱਪ ਨੇ ਇਹਨੂੰ ਵੀ ਡੰਗ ਦਿੱਤਾ। ਇਹਦੀ ਰਸਨਾ ਤੇ ਰਾਮ ਰਾਮ ਸੀਗਾ। 10ਵੇਂ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਕਹਿੰਦੇ ਐ, ਏਕ ਚਿਤ ਜਹ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਜਿਹੜਾ ਇੱਕ ਛਿਨ ਮਾਤਰ ਵਾਸਤੇ ਵੀ ਵਾਹਿਗੁਰੂ ਦਾ ਨਾਮ ਜਪ ਲੈਂਦਾ ਹੈ, ਕਾਲ ਦੀ ਫਾਹੀ ਤੋਂ ਬਚ ਜਾਂਦਾ ਹੈ। ਜਿਹੜਾ ਇੱਕ ਛਿਨ ਵਾਸਤੇ ਅੰਤ ਦੇ ਸਮੇਂ ਤੇ ਆਪਣੀ ਸੁਰਤੀ ਵਾਹਿਗੁਰੂ ਦੇ ਨਾਮ ਵਿੱਚ ਲਾ ਲੈਂਦਾ ਹੈ, ਉਹ ਮੁਕਤ ਹੋ ਜਾਂਦਾ ਹੈ। ਭਗਤ ਤਰਲੋਚਨ ਜੀ ਕਹਿੰਦੇ ਨੇ, ਅੰਤ ਕਾਲ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਬਦਤ ਤਲੋਚਨ ਤੇ ਨਰ ਮੁਕਤਾ, ਪੀਤੰਬਰ ਵਾ ਕੇ ਹ੍ਰਿਦੈ ਵਸੈ। ਨਾਰਾਇਣ ਦਾ ਕੀ ਅਰਥ ਹੈ? ਨਾ ਅਰ ਐਨ। ਜੇ ਆਪਾਂ ਸੰਧੀ ਛੇਦ ਕਰਕੇ ਅਰਥ ਕਰੀਏ, ਨਾ ਦਾ ਮਤਲਬ ਹੈ ਨਹੀਂ, ਅਰ ਕਹਿੰਦੇ ਨੇ ਕਾਮਾਦਿਕ ਬੈਰੀ, ਜਿਹਦੇ ਵਿੱਚ ਕਾਮਾਦਿਕ ਬੈਰੀ ਆਪਣਾ ਘਰ ਨਾ ਬਣਾ ਸਕਣ, ਬਿਲਕੁਲ ਬ੍ਰਹਮ ਦਾ ਸ਼ੁੱਧ ਸਰੂਪ, ਉਹਨੂੰ ਨਾਰਾਇਣ ਕਹਿੰਦੇ ਹੈ। ਜਿਹੜਾ ਨਰਾਂ ਦੇ ਵਿੱਚ ਆਇਆ ਹੋਇਆ ਨਾਰਾਇਣ, ਤੇ ਜਿਹੜਾ ਨਾਰਾਇਣ 'ਚ ਸੁਰਤੀ ਰੱਖ ਕੇ ਅੰਤ ਸਮੇਂ ਜਿਹਦੀ ਨਾਰਾਇਣ ਵਿੱਚ ਸੁਰਤੀ ਚਲੀ ਜਾਵੇ, ਕਹਿੰਦੇ ਮੁਕਤ ਹੋ ਜਾਇਆ ਕਰਦਾ ਹੈ। ਪਰ ਅੰਤ ਵੇਲੇ ਸੁਰਤੀ ਨਾਰਾਇਣ ਵਿੱਚ ਉਹਨਾਂ ਦੀ ਜਾਊ ਜਿਨ੍ਹਾਂ ਨੇ ਨਾਰਾਇਣ ਨੂੰ ਜਿਉਂਦੇ ਜੀ ਜਪਿਆ। ਜੇ ਹੁਣ ਸਾਰੀ ਉਮਰ ਨਾਰਾਇਣ ਦਾ ਨਾਮ ਨਹੀਂ ਲਿਆ, ਰਾਮ ਦਾ ਨਾਮ ਨਹੀਂ ਲਿਆ, ਵਾਹਿਗੁਰੂ ਦਾ ਨਾਮ ਨਹੀਂ ਲਿਆ, ਤਾਂ ਅੰਤ ਸਮੇਂ ਵੀ ਸੁਰਤੀ ਫਿਰ ਘਰ ਵਿੱਚ, ਇਸਤਰੀ ਵਿੱਚ, ਬੱਚਿਆਂ ਵਿੱਚ ਚਲੀ ਜਾਂਦੀ ਹੈ। ਇਸ ਕਰਕੇ ਟੇਢੀਆਂ ਜੂਨਾਂ 'ਚ ਮਨੁੱਖ ਚਲਿਆ ਜਾਂਦਾ ਹੈ। ਭਰੀਆ ਮਤ ਪਾਪਾਂ ਕੈ ਸੰਗ। ਤੇ ਜਦੋਂ ਸਾਡਾ ਇੰਟੈਕਚੁਅਲ, ਸਾਡੀ ਮਤ ਪੋਲੂਟਡ ਤੇ ਸਟੈਂਡ ਬਾਏ ਦਾ ਸਿਨਸ, ਜਦੋਂ ਪਾਪਾਂ 'ਚ ਪ੍ਰਵਿਰਤ ਹੋ ਜਾਵੇ, ਇਟ ਕੈਨ ਓਨਲੀ ਕਲੀਨਡ ਬਾਏ ਦਾ ਲਵ ਆਫ ਦਾ ਨੇਮ ਆਫ ਦਾ ਗੋਡ। ਇਹ ਰੱਬ ਦੇ ਨਾਮ ਨਾਲ, ਪ੍ਰੇਮ ਨਾਲ ਹੀ ਇਹ ਮਤ ਜਿਹੜੀ ਹੈ ਸਾਡੀ ਸ਼ੁੱਧ ਹੋ ਸਕਦੀ ਹੈ। ਅੱਗੇ ਸਾਧ ਸੰਗਤ ਮਹਾਰਾਜ ਕਹਿੰਦੇ ਹੈ, ਪੁੰਨੀ ਪਾਪੀ ਆਖਣ ਨਾਹੇ। ਇਹ ਸਿੱਧਾ ਨੇ ਪ੍ਰਸ਼ਨ ਕੀਤਾ ਕਿ ਮਹਾਰਾਜ, ਜਿਹੜੇ ਨਾਮ ਜਪਣ ਵਾਲੇ ਨੇ, ਕੀ ਉਹ ਪਾਪੀ ਤੇ ਪੁੰਨੀਆਂ ਦੀ ਲਿਸਟ ਵਿੱਚ ਆਉਂਦੇ ਆ? ਮਹਾਰਾਜ ਕਹਿੰਦੇ, ਤੁਹਾਡਾ ਪ੍ਰਸ਼ਨ ਇਹ ਗਲਤ ਹੈ। ਪੁੰਨੀ ਉਹ ਹੁੰਦੇ ਨੇ ਜਿਹੜੇ ਸਕਾਮ ਕਰ ਇੱਛਾ ਰੱਖਣ, ਸਕਾਮ ਕਰਮ ਕਰਨ। ਸਕਾਮ ਦਾ ਮਤਲਬ ਹੈ ਇੱਛਾ ਰੱਖ ਕੇ ਦਾਨ ਕਰਨ, ਉਹਨਾਂ ਨੂੰ ਕਹਿੰਦੇ ਨੇ ਪੁੰਨੀ। ਜਿਹੜੇ ਨਿਸ਼ਕਾਮ ਭਜਨ ਕਰਦੇ ਹੈ ਤੇ ਨਿਸ਼ਕਾਮ ਦਾਨ ਪੁੰਨ ਕਰਦੇ ਨੇ, ਉਹ ਪੁੰਨੀਆਂ 'ਚ ਨਹੀਂ ਆਉਂਦੇ, ਉਹ ਵਾਹਿਗੁਰੂ ਵਿੱਚ ਲੀਨ ਹੋ ਜਾਇਆ ਕਰਦੇ ਹਨ। ਪੁੰਨੀ ਤੇ ਪਾਪੀਆਂ ਦਾ ਲੇਖਾ ਧਰਮਰਾਜ ਦੀ ਕਚਹਿਰੀ 'ਚ ਹੁੰਦਾ ਹੈ, ਪਰ ਰੱਬ ਦੇ ਪਿਆਰਿਆਂ ਦਾ ਸਿੱਧਾ ਕਨੈਕਸ਼ਨ ਸੱਚਖੰਡ ਦੇ ਨਾਲ ਹੈ। ਰੱਬ ਦੇ ਪਿਆਰੇ ਪੁੰਨੀ ਤੇ ਪਾਪੀਆਂ ਦੀ ਕੈਟਾਗਰੀ ਵਿੱਚ ਨਹੀਂ ਆਇਆ ਕਰਦੇ। ਧਰਮ ਰਾਏ ਨੋ ਹੁਕਮ ਹੈ, ਬਹਿ ਸੱਚਾ ਧਰਮ ਵਿਚਾਰ। ਦੂਜੇ ਭਾਏ ਦੁਸ਼ਟ ਆਤਮਾ, ਉਹ ਤੇਰੀ ਸਰਕਾਰ। ਧਰਮ ਰਾਜੇ ਨੂੰ ਹੁਕਮ ਹੈ ਅਕਾਲ ਪੁਰਖ ਦਾ ਕਿ ਭਾਈ ਤੇਰੇ ਕੋਲੇ ਪਾਪੀ ਤੇ ਪੁੰਨੀ ਆਉਣਗੇ। ਪਾਪੀਆਂ ਨੂੰ ਉਹਨਾਂ ਦੇ ਕੀਤੇ ਕਰਮਾਂ ਦੇ ਮੁਤਾਬਕ ਸਜ਼ਾ ਦੇਣੀ ਹੈ, ਪੁੰਨੀਆਂ ਨੂੰ ਉਹਨਾਂ ਦੇ ਕੀਤੇ ਕਰਮਾਂ ਮੁਤਾਬਕ ਸਵਰਗ ਦੇਣਾ ਹੈ। ਪਰ ਵਾਹਿਗੁਰੂ ਦੇ ਪਿਆਰੇ ਤਾਂ ਸੱਚਖੰਡ ਗਮਨ ਕਰਿਆ ਕਰਦੇ ਹਨ। ਜੇ ਕਿਤੇ ਕੋਈ ਵਾਹਿਗੁਰੂ ਦਾ ਪਿਆਰਾ ਧਰਮਰਾਜ ਦੀ ਪੁਰੀ ਵਿੱਚ ਚਲਿਆ ਵੀ ਜਾਵੇ, ਤਾਂ ਜਿਵੇਂ ਰਾਜਾ ਜਨਕ ਚਲਿਆ ਗਿਆ ਸੀ, ਤਾਂ ਧਰਮ ਰਾਜਾ ਉੱਠ ਕੇ ਸਤਿਕਾਰ ਕਰਦਾ, ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪਨੀਤ। ਧਰਮ ਰਾਜਾ ਕਹਿੰਦਾ, ਮੇਰੇ ਧੰਨ ਭਾਗ, ਐਸੇ ਸਤਪੁਰਸ਼ਾਂ ਨੇ ਮੇਰੀ ਪੁਰੀ ਵਿੱਚ ਚਰਨ ਪਾਏ ਹੈ, ਮੇਰੀ ਪੁਰੀਏ ਪਵਿੱਤਰ ਹੋ ਗਈ। ਇਸ ਕਰਕੇ ਨਾਮ ਜਪਣ ਵਾਲੇ ਪਾਪੀਆਂ ਤੇ ਪੁੰਨੀਆਂ ਦੀ ਲਿਸਟ ਵਿੱਚ ਨਹੀਂ ਆਇਆ ਕਰਦੇ। ਜੇ ਪੁੰਨੀ ਲੋਕ
ਪਾਪੀ ਲੋਕ ਨਾਮ ਨਹੀਂ ਜਪਦੇ ਤਾਂ ਦੋਨੇ ਹੀ ਖਾਲੀ ਸੰਸਾਰ ਤੋਂ ਚਲੇ ਜਾਂਦੇ ਹਨ। ਪਰ ਜੇ ਪਾਪੀ ਨਾਮ ਜਪਦੇ ਹੈ ਤਾਂ ਫਿਰ ਉਹ ਪਾਪੀ ਨਹੀਂ ਰਹਿੰਦੇ, ਉਹਨਾਂ ਦੀ ਆਤਮਾ ਸ਼ੁੱਧ ਹੋ ਜਾਂਦੀ ਹੈ, ਬੁੱਧੀ ਸ਼ੁੱਧ ਹੋ ਜਾਂਦੀ ਹੈ। ਜਿਵੇਂ ਬਾਲਮੀਕ ਦੀ ਹੋ ਗਈ ਸੀ, ਜਿਵੇਂ ਗਣਕਾ ਦੀ ਬੁੱਧੀ ਸ਼ੁੱਧ ਹੋ ਗਈ ਸੀ, ਤੇ ਉਹ ਪਰਮੇਸ਼ਰ ਦੇ ਲੋਕ ਪਹੁੰਚ ਜਾਇਆ ਕਰਦੇ ਹੈ। ਅੱਗੇ ਸਤਿਗੁਰੂ ਕਹਿੰਦੇ ਹਨ, ਕਰ ਕਰ ਕਰਨਾ ਲਿਖ ਲੈ ਜਾਹੋ। ਜੋ ਵੀ ਆਪਾਂ ਕਰਮ ਕਰਦੇ ਹਾਂ ਉਹ ਆਪਣੇ ਲਿਖਿਆ ਜਾਂਦਾ ਹੈ ਹਿਰਦੇ ਤੇ ਉਹ ਆਪਾਂ ਫਿਰ ਪਰਲੋਕ ਨੂੰ ਲੈ ਜਾਵਾਂਗੇ, ਨਾਲ ਹੀ ਆਪਣੇ ਜਾਊਗਾ ਜੋ ਆਪਾਂ ਇੱਥੇ ਕਿਰਿਆਤਮਕ ਕਰਮ ਇਹਨਾਂ ਹੱਥਾਂ ਨਾਲ ਕਰਦੇ ਆ। ਜਦੋਂ ਸੰਸਾਰ ਤੋਂ ਜੀਵ ਜਾਂਦਾ ਹੈ, ਸ਼ਾਸਤਰਕਾਰਾਂ ਨੇ ਲਿਖਿਆ ਮਨੁੱਖ ਦੇ 3 ਪ੍ਰਕਾਰ ਦੇ ਮਿੱਤਰ ਮੰਨੇ ਹੈ। ਇੱਕ ਧਨ, ਦੂਜਾ ਸਾਕ ਸੰਬੰਧੀ, ਤੇ ਤੀਜੇ ਕਰਮ। ਧਨ ਜਿਹੜਾ ਹੈ ਇਹ ਓਨਾ ਸਮਾਂ ਸਾਡਾ ਜਿੰਨਾ ਸਮਾਂ ਸਵਾਸ ਹੈ, ਬਾਅਦ ਵਿੱਚ ਬੈਂਕ ਵਿੱਚ ਪਿਆ ਪੈਸਾ ਕਿਸੇ ਹੋਰ ਦੇ ਨਾਂ ਤੇ ਟਰਾਂਸਫਰ ਹੋ ਜਾਂਦਾ ਹੈ। ਸਾਕ ਸੰਬੰਧੀ ਰਿਸ਼ਤੇਦਾਰ ਜਿਉਂਦਿਆਂ ਨੂੰ ਇਹ ਛੱਡ ਦਿੰਦੇ ਨੇ, ਗਰੀਬ ਦਾ ਤਾਂ ਕੋਈ ਰਿਸ਼ਤੇਦਾਰ ਬਣਨ ਵਾਸਤੇ ਤਿਆਰ ਹੀ ਨਹੀਂ ਹੁੰਦਾ, ਕਾਹਦਾ ਭਰੋਸਾ। ਤੇ ਦੂਜੇ ਪਾਸੇ ਜਿਹੜੇ ਕਰਮ ਹਨ, ਕਰਮ ਮਨੁੱਖ ਦੇ ਨਾਲ ਜਾਂਦੇ ਨੇ। ਕਰਮ ਵੀ ਕਈ ਪ੍ਰਕਾਰ ਦੇ ਆ, ਜਿਵੇਂ ਕਿਰੇਮਾਨ ਕਰਮ ਜਿਹੜੇ ਆਪਾਂ ਰੋਜ਼ਾਨਾ ਕਰਦੇ ਆ, ਸੰਚਿਤ ਕਰਮ, ਚੰਗਾ ਤੇ ਚੰਗੇ ਮਾੜੇ ਕਰਮਾਂ ਦਾ ਵਾਧਾ ਘਾਟਾ ਜਮ੍ਹਾਂ ਹੁੰਦਾ ਰਹਿੰਦਾ ਹੈ, ਇਹਨਾਂ ਨੂੰ ਸੰਚਿਤ ਕਰਮ ਕਹਿੰਦੇ ਨੇ। ਅੱਗੇ ਪਰਾਲਬਧ ਕਰਮ, ਇਹ ਪਰਾਲਬਧ ਕਰਮਾਂ ਦੇ ਮੁਤਾਬਕ ਸਾਨੂੰ ਜੂਨੀ ਮਿਲਦੀ ਹੈ ਸਾਧ ਸੰਗਤ ਜੀ। ਸੋ ਕਰਮ ਜਿਹੜੇ ਨੇ ਮਨੁੱਖ ਦੇ ਨਾਲ ਜਾਇਆ ਕਰਦੇ ਨੇ, ਕੀਤੇ ਹੋਏ ਕਰਮ। ਕਰ ਕਰ ਕਰਨਾ ਲਿਖ ਲੈ ਜਾਹੋ। ਜਿਹੋ ਜਿਹੇ ਕਿਰਿਆਤਮਕ ਕਰਮ ਕਰਾਂਗੇ ਨਾਲ ਲੈ ਜਾਵਾਂਗੇ ਆਪਾਂ। ਅੱਗੇ ਸਤਿਗੁਰੂ ਸਾਹਿਬ ਕਹਿੰਦੇ ਐ, ਆਪੇ ਬੀਜ ਆਪੇ ਹੀ ਖਾਹੋ। ਹੇ ਮਨੁੱਖ, ਜਿਹੋ ਜਿਹਾ ਤੂੰ ਬੀਜੇਗਾ ਉਦਾਂ ਦਾ ਤੂੰ ਵੱਢ ਲਵੇਂਗਾ। ਇੱਕ ਵਿਦਵਾਨ ਨੇ ਲਿਖਿਆ, ਐਜ ਯੂ ਸੋ ਸ਼ੈਲ ਯੂ ਰੀਪ। ਜੈਸਾ ਬੀਜੇਗਾ ਉਹ ਜਿਹਾ ਵੱਢ ਲਵੇਂਗਾ। ਕਿਉਂਕਿ ਸਮਾਂ ਬੜਾ ਨੇੜੇ ਆ ਗਿਆ ਹੈ, 9 ਮਿੰਟ ਦਾ ਸਮਾਂ ਰਹਿੰਦਾ। ਟਾਈਮ ਐਂਡ ਟਾਈਡ ਵੇਟ ਫਾਰ ਨਨ। ਵਿਦਵਾਨ ਕਹਿੰਦਾ ਸਮਾਂ ਤੇ ਸਮੁੰਦਰ ਦੀਆਂ ਲਹਿਰਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦੀਆਂ। ਜਿਵੇਂ ਧ੍ਰਿਤਰਾਸ਼ਟਰ ਸੀ, ਜਦੋਂ ਮਹਾਭਾਰਤ ਦਾ ਯੁੱਧ ਸਮਾਪਤ ਹੋਇਆ, ਧ੍ਰਿਤਰਾਸ਼ਟਰ ਦੇ 100 ਪੁੱਤਰ ਮਾਰੇ ਗਏ। ਦੁਰਯੋਧਨ ਆ ਹਸਤਨਾਪੁਰ ਕਹਿੰਦੇ ਹੁੰਦੇ ਦਿੱਲੀ ਨੂੰ, ਤਾਂ ਭਗਵਾਨ ਕ੍ਰਿਸ਼ਨ ਪਾਂਡਵਾਂ ਨੂੰ ਲੈ ਕੇ ਅਫਸੋਸ ਕਰਨ ਵਾਸਤੇ ਗਏ। ਭਗਵਾਨ ਕ੍ਰਿਸ਼ਨ ਕਹਿੰਦੇ, ਤੇਰੇ ਪੁੱਤਰ ਦੁਰਯੋਧਨ ਨੇ ਮੇਰੀ ਗੱਲ ਨਹੀਂ ਮੰਨੀ, ਜੇ ਮੰਨ ਲੈਂਦਾ 5 ਪਿੰਡ ਹੀ ਦੇ ਦਿੰਦਾ ਤਾਂ ਆਹ ਕੁਝ ਨਾ ਹੁੰਦਾ। ਤਾਂ ਧ੍ਰਿਤਰਾਸ਼ਟਰ ਸੀ ਜਿਹੜਾ, ਉਹ ਕਹਿਣ ਲੱਗਿਆ, ਭਗਵਾਨ ਅੱਜ ਦੇ ਨਾਸਤਕ ਪ੍ਰਚਾਰਕੇ ਸਾਖੀਆਂ ਨੂੰ ਨਹੀਂ ਮੰਨਦੇ, ਉਹ ਗੱਪ ਕਹਾਣੀਆਂ ਕਹਿੰਦੇ ਐ। ਜਦ ਕਿ ਗੁਰਬਾਣੀ ਕਹਿੰਦੀ ਆ, ਸੁਣ ਸਾਖੀ ਮਨ ਜਪ ਪਿਆਰ। ਅੰਦਰ ਪਿਆਰ ਪੈਦਾ ਹੁੰਦਾ, ਪ੍ਰੇਮ ਪੈਦਾ ਹੁੰਦਾ ਕਥਾ ਕਹਾਣੀਆਂ ਸੁਣ ਕੇ। ਤੇ ਧ੍ਰਿਤਰਾਸ਼ਟਰ ਕਹਿਣ ਲੱਗਿਆ, ਭਗਵਾਨ ਮੈਨੂੰ 100 ਜਨਮ ਦਾ ਗਿਆਨ ਹੈ, ਮੇਰੀ ਕਮਾਈ ਹੈ ਐਨੀ ਕੁ, ਮੈਂ ਕੋਈ ਪਾਪ ਨਹੀਂ ਕੀਤਾ, ਅੱਖਾਂ ਤੋਂ ਮੈਂ ਅੰਨਾ ਹਾਂ, 100 ਮੇਰਾ ਪੁੱਤਰ ਮਾਰਿਆ ਗਿਆ, ਦੱਸਣਾ ਕਰੋ ਇਹ ਮੈਨੂੰ ਕਿਹੜੇ ਜਨਮ ਦੇ ਪਾਪ ਦੀ ਸਜ਼ਾ ਮਿਲੀ ਹੈ। ਆਪਾਂ ਕਹਿਣੇ ਆ ਨਾ ਵੀ ਫਲਾਣਾ ਬੰਦਾ ਬੜਾ ਭਲਾ ਮਾਨਸ ਸੀ, ਉਹਨੂੰ ਇੰਨਾ ਭੈੜਾ ਰੋਗ ਲੱਗ ਗਿਆ, ਇਹ ਕੋਈ ਪਤਾ ਨਹੀਂ ਪਿਛਲੇ ਜਨਮ ਦੀ ਸਜ਼ਾ ਮਿਲੀ ਹੋਵੇ। ਪਰ ਗੁਰਬਾਣੀ ਜਿਹੜੀ ਹੈ, ਗੁਰ ਕਾ ਸ਼ਬਦ ਕਾਟੇ ਕੋਟ ਕਰਮ, ਗੁਰੂ ਦਾ ਸ਼ਬਦ ਕਰੋੜਾਂ ਮਾੜੇ ਕਰਮਾਂ ਨੂੰ ਕੱਟ ਦਿੰਦਾ ਹੈ। ਅਦਰਵਾਈਜ਼ ਆਪਾਂ ਕਰਮਾਂ ਦੀ ਕੈਦ ਵਿੱਚ ਹੀ ਉਲਝੇ ਰਹਿੰਦੇ ਹਾਂ। ਕਰਮਾਂ ਦੇ ਕਰਕੇ ਵਾਰ-ਵਾਰ ਜੰਮਣਾ ਤੇ ਮਰਨਾ ਪੈਂਦਾ ਹੈ। ਸਾਧ ਸੰਗਤ, ਤਾਂ ਭਗਵਾਨ ਕ੍ਰਿਸ਼ਨ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਸਿਰ ਤੇ ਹੱਥ ਰੱਖ ਕੇ ਦਿਖਾਇਆ 107ਵਾਂ ਜਾਮਾ। ਕਹਿਣ ਲੱਗੇ, ਧ੍ਰਿਤਰਾਸ਼ਟਰ ਜੀ 107ਵਾਂ ਜਾਮਾ ਦੇਖੋ। ਕੀ ਦੇਖਦਾ ਹੈ? ਛੋਟਾ ਹੁੰਦਾ ਬੱਚਿਆਂ ਦੇ ਨਾਲ ਖੇਡਦਾ ਫਿਰਦਾ ਹੈ, ਇੱਕ ਅੱਕ ਟਿੱਡਾ ਜਾਨਵਰ ਹੁੰਦਾ ਹੈ। ਅੱਕ ਟਿੱਡੇ ਨੂੰ ਫੜ ਫੜ ਕੇ ਬੱਚੇ ਛੱਡੀ ਜਾਂਦੇ ਹੈ, ਤੇ ਪਰ ਇਹਨੇ ਅੱਕ ਟਿੱਡੇ ਦੀਆਂ ਅੱਖਾਂ ਦੇ ਵਿੱਚੋਂ ਦੀ ਸੂਲ ਕੱਢ ਦਿੱਤੀ ਆਰ ਪਾਰ। ਭਗਵਾਨ ਕਹਿੰਦੇ, ਤੈਨੂੰ ਇਸ ਜਨਮ ਦੇ ਵਿੱਚ ਸਜ਼ਾ ਇਹ ਮਿਲੀ ਹੈ, ਤੈਂ ਅੱਕ ਟਿੱਡੇ ਦੀਆਂ ਅੱਖਾਂ ਭੰਨੀਆਂ ਸੀ, ਤੇ ਉਸੇ ਜਨਮ ਦੇ ਵਿੱਚ ਮਾਸ ਖਾਣ ਦਾ ਸ਼ੌਕੀਨ ਸੀ।
एक दिन बारिश होने करके मास ना मिलिया, इहने हंस पाले हुए सीगे, इहदे वजीर ने इहनूं हंस दा मास खुआता, इहनूं स्वाद लग्या ते 100 बच्चा हंसां दा खा गया। साइंस कहती है एक तो हंस हुंदा एक सारस, ये दो ऐसे है ਜਿਹੜੇ ਆਪਣੇ ਬੱਚਿਆਂ ਨੂੰ ਮਨੁੱਖਾਂ ਦੇ ਨਾਲੋਂ ਵੀ ਵੱਧ ਪਿਆਰ ਕਰਦੇ ਹੈ। ਹੰਸਾਂ ਨੇ ਸ਼ਰਾਪ ਦੇ ਦਿੱਤਾ ਜਦੋਂ ਮਾਨ ਸਰੋਵਰ ਤੋਂ ਆਏ ਕਿ ਸਾਡੇ ਬੱਚਿਆਂ ਨੂੰ ਖਾਣ ਵਾਲਿਆ, ਤੇਰੇ ਬੱਚੇ ਵੀ ਤੇਰੇ ਸਾਹਮਣੇ ਮਰਨ। ਭਗਵਾਨ ਕ੍ਰਿਸ਼ਨ ਕਹਿੰਦੇ ਰੋ ਨਾ, ਇਹ ਤੇਰੇ ਕਰਮਾਂ ਦਾ ਫਲ ਹੈ। ਸੋ ਇਸ ਕਰਕੇ ਜਿਵੇਂ ਗੁਟਾਰ ਤੇ ਬਾਜ ਦੀ ਸਾਖੀ ਆਉਂਦੀ ਹੈ, 10ਵੇਂ ਪਾਤਸ਼ਾਹ ਨੇ ਗੁਟਾਰ ਦਾ ਮਾਸ ਬਾਜ ਤੋਂ ਖਵਾਇਆ ਸੀ ਆਪਣੇ ਹੱਥੀਂ, ਪਿਛਲੇ ਜਨਮ ਦਾ ਕੀਤਾ ਕਰਮ ਭੁਗਤਾਇਆ ਸੀ। ਸੋ ਇਸ ਕਰਕੇ ਭਾਈ ਆਪੇ ਬੀਜ ਆਪੇ ਹੀ ਖਾਹੋ, ਜੋ ਬੀਜੇਗਾ ਉਹ ਵੱਢ ਲਵੇਂਗਾ, ਜੈਹਾ ਬੀਜੈ ਸੋ ਲਾਉਣਾ, ਕਰਮਾ ਸੰਦੜਾ ਖੇਤ, ਦੂਜੇ ਨੂੰ ਦੋਸ਼ ਨਾ ਦਿਆ ਕਰ ਵੀ ਫਲਾਣੇ ਬੰਦੇ ਨੇ ਮੇਰਾ ਮਾੜਾ ਕਰਤਾ, ਇਹ ਤੇਰੇ ਕਰਮਾਂ ਦਾ ਦੋਸ਼ ਹੈ। ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਆਵਰ ਜਾਣਾ। ਫਿਰ ਅਖੀਰਲੀ ਪੰਕਤੀ ਵਿੱਚ ਸਤਿਗੁਰੂ ਕਹਿੰਦੇ ਹਨ, ਨਾਨਕ ਹੁਕਮੀ ਆਵਹੋ ਜਾਹੋ। ਹੁਕਮੀ ਦਾ ਅਰਥ ਹੁੰਦਾ ਵਾਹਿਗੁਰੂ ਅਕਾਲ ਪੁਰਖ, ਉਹਦੇ ਹੁਕਮ ਦੇ ਵਿੱਚ ਵਾਇਦਾ ਆਰਡਰ ਆਫ ਗੋਡ, ਮੈਨ ਕਮ ਐਂਡ ਗੋਜ਼, ਬੰਦਾ ਆਉਂਦਾ ਤੇ ਜਾਂਦਾ ਵਾਹਿਗੁਰੂ ਦੇ ਹੁਕਮ ਦੇ ਵਿੱਚ। ਸੋ ਇਹ ਜਿਹੜੇ ਸੀ ਬਾਹਰਲੇ ਅਰਥ ਸੀਗੇ। ਸਮਾਂ 5 ਮਿੰਟ ਦਾ ਹੈ, ਥੋੜ੍ਹੇ ਆਪਾਂ ਅੰਤਰੀਵ ਅਰਥ ਕਰੀਏ। ਜਿਵੇਂ ਕਿ ਮਹਾਰਾਜ ਕਹਿੰਦੇ ਹੈ, ਮੂਤ ਪਲੀਤੀ ਕੱਪੜ ਹੋਏ ਕਿ ਮੂਤ ਪਲੀਤੀ ਮੂਤਰ ਦੀ ਨਿਆਈ, ਤੈਨੂੰ ਕਾਮ ਦੀ ਪ੍ਰਬਲਤਾ ਹੋ ਜਾਵੇ ਤੇਰੀ ਬੁੱਧੀ ਤੇ, ਤੇਰੀ ਜਿਹੜੀ ਬੁੱਧੀ ਹੈ ਬਕਾਰਾਂ ਦੀ ਪ੍ਰਬਲਤਾ ਦੇ ਅਧੀਨ ਹੋ ਜਾਵੇ, ਦੇਹ ਸਾਬੂਨ ਲਈਆ ਉਹ ਧੋਏ। ਤਾਂ ਭਾਈ ਨਾਮ ਰੂਪੀ ਸਾਬਣ ਦੇ ਨਾਲ ਸਤ ਸੰਗਤ ਰੂਪੀ ਘਾਟ ਤੇ ਜਾ ਕੇ ਇਹ ਤੇਰੀ ਜਿਹੜੀ ਬੁੱਧੀ ਹੈ ਪਵਿੱਤਰ ਹੋਵੇਗੀ। ਇਸ ਕਰਕੇ ਭਰੀ ਆ, ਜੇ ਤੇਰੀ ਮਤ ਪਾਪਾਂ ਨਾਲ ਭਰ ਗਈ ਆ ਤਾਂ ਨਾਮ ਰੂਪੀ ਸਾਬਣ ਨੂੰ ਲਾ ਕਰਕੇ ਸ਼ੁੱਧ ਹੋਵੇਗੀ। ਇਹ ਜਿਹੜੀ ਪੌੜੀ ਹੈ ਨਾ 20ਵੀਂ ਪੌੜੀ, ਇਹਦੇ 102 ਅੱਖਰ ਨੇ ਸਾਧ ਸੰਗਤ ਜੀ, 102 ਅੱਖਰ। ਇਹ ਪੌੜੀ ਦਾ ਭਾਵ ਹੈ ਕਿ ਨਾਮ ਜਪਣ ਵਾਲੇ ਪਾਪੀਆਂ ਤੇ ਪੁੰਨੀਆਂ ਦੀ ਲਿਸਟ ਵਿੱਚ ਨਹੀਂ ਆਉਂਦੇ, ਮੁਕਤ ਹੁੰਦੇ ਹਨ। ਨਾਮ ਜਪ ਕੇ ਪਾਪਾਂ ਦੀ ਮੈਲ ਲੈਂਦੀ ਹੈ। ਜੋ ਜੀਵ ਬੀਜਦਾ ਹੈ ਸੰਸਾਰ ਤੇ ਵੱਢ ਲੈਂਦਾ ਹੈ। ਵਾਹਿਗੁਰੂ ਦੇ ਹੁਕਮ ਦੇ ਵਿੱਚ ਆਉਣਾ ਤੇ ਜਾਣਾ ਹੁੰਦਾ ਹੈ। ਆਪੇ ਬੀਜ ਆਪੇ ਹੀ ਖਾਹੋ ਦਾ ਇੱਕ ਹੋਰ ਅਰਥ ਹੈ ਗੁਰਮੁਖਾਂ ਵਾਸਤੇ। ਗੁਰਮੁਖ ਕੀ ਕਹਿੰਦੇ ਹੈ ਕਿ ਵਾਹਿਗੁਰੂ ਆਪੇ ਬੀਜ, ਤੂੰ ਬੀਜ ਦਾ ਅਰਥ ਹੈ ਆਪੇ ਕਾਰਨ ਰੂਪ ਹੈ, ਸੰਸਾਰ ਦੀ ਰਚਨਾ ਕਰਨ ਵਾਲਾ ਹੈ। ਆਪੇ ਹੀ ਖਾਹੋ, ਆਪ ਹੀ ਸੱਚੇ ਪਾਤਸ਼ਾਹ ਤੂੰ ਸੰਸਾਰ ਨੂੰ ਅਭਾਵ ਕਰਨ ਵਾਲਾ ਹੈ, ਨਾਸ਼ ਕਰਨ ਵਾਲਾ ਹੈ। ਸੋ ਅੱਜ ਇਹ ਪੌੜੀ ਦਾ ਨਿਚੋੜ, ਇਹਦਾ ਸੈਂਟਰਲ ਪੁਆਇੰਟ ਇਹ ਹੈ ਕਿ ਜਿਹੜੇ ਜਦੋਂ ਹੱਥ ਪੈਰ ਸਾਡੇ ਮਿੱਟੀ ਨਾਲ ਲਿਬੜ ਜਾਣ, ਪਾਣੀ ਨਾਲ ਧੋਣੇ ਆ, ਜਦੋਂ ਮਤ ਪਾਪਾਂ ਨਾਲ ਭਰ ਜਾਵੇ ਤਾਂ ਫਿਰ ਨਾਮ ਰੂਪੀ ਸਾਬਣ ਨੂੰ ਲੈ ਕੇ ਸਤ ਸੰਗਤ ਰੂਪੀ ਘਾੜ ਤੇ ਜਾ ਕੇ ਪ੍ਰੇਮ ਰੂਪੀ ਜਲ ਪਾ ਕੇ ਮਨ ਰੂਪੀ ਵਸਤਰ ਤੇ ਯੁਕਤੀਆਂ ਰੂਪੀ ਮੁਕੀਆਂ ਮਾਰ ਕੇ ਇਉਂ ਪਾਪਾਂ ਦੀ ਮੈਲ ਤੋਂ ਨਿਵਰਤ ਹੋਈਦਾ ਹੈ। ਇਸ ਕਰਕੇ ਆਓ ਸਿਮਰਨ ਕਰਨ ਦੇ ਨਾਲ ਅੰਦਰੋਂ ਮੈਲ ਨਿਵਰਤ ਹੋਵੇਗੀ। ਜਿਉਂ-ਜਿਉਂ ਸਿਮਰਨ ਕਰਾਂਗੇ ਤਿਉਂ-ਤਿਉਂ ਸਾਨੂੰ ਆਲਸ ਘਟਦੀ ਜਾਵੇਗੀ। ਆਪਾਂ ਕਹਿੰਦੇ ਆ ਨੀਂਦ ਆਉਂਦੀ ਹੈ, ਇਹ ਨੀਂਦ ਕਿਉਂ ਆਉਂਦੀ ਹੈ? ਇਹ ਸਾਡੇ ਪਾਪਾਂ ਦਾ ਕਰਮਾਂ ਦਾ ਫਲ ਹੈ। ਜਿੰਨੀ ਵੱਧ ਨਿੰਦਿਆ ਚੁਗਲੀ ਕਰਾਂਗੇ ਓਨੀ ਮੈਲ ਅੰਦਰ ਪਵੇਗੀ ਤੇ ਆਲਸ ਆਵੇਗੀ। ਜਿਉਂ-ਜਿਉਂ ਸਿਮਰਨ ਕਰਾਂਗੇ ਜਿਹੜੇ ਅਭਿਆਸੀ ਹਨ ਹੌਲੀ ਹੌਲੀ ਉਹਨਾਂ ਦੀ ਨੀਂਦ ਹੀ ਵਸੀਕਾਰ ਹੋ ਜਾਂਦੀ ਹੈ। ਬਾਬਾ ਜਰਨੈਲ ਸਿੰਘ ਖਾਲਸਾ 22-22 ਘੰਟੇ ਸਿਮਰਨ ਕਰਦੇ ਸੀ। ਇਸ ਕਰਕੇ ਆਓ ਸਲੋ ਐਂਡ ਸਟੱਡੀ ਵਿਨਸ ਦਾ ਰੇਸ, ਸਹਿਜ ਪੱਕੇ ਸੋ ਮਿੱਠਾ ਹੋਏ। ਇਸ ਕਰਕੇ ਭਾਈ ਸਿੱਖਾਂ ਨੂੰ ਸ਼ਾਸਤਰਧਾਰੀ ਹੋਣਾ ਚਾਹੀਦਾ ਹੈ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਬਿਆਨ ਦਿੱਤਾ, ਬਹੁਤ ਸ਼ਲਾਘਾਯੋਗ ਬਿਆਨ ਹੈ। ਆਈ ਐਪਰੀਸ਼ੀਏਟ ਟੂ ਦਾ ਸਟੇਟਮੈਂਟ ਆਫ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ। ਐਪਰੀਸ਼ੀਏਟ ਕਰਦੇ ਆ, ਪਰ ਕਈਆਂ ਨੂੰ ਬੜੀ ਅੱਗ ਲੱਗੀ, ਕਹਿੰਦੇ ਜਥੇਦਾਰ ਨੇ ਬਿਆਨ ਕਿਉਂ ਦੇਤਾ? ਇਹ ਜਥੇਦਾਰ ਦੀ ਸਟੇਟਮੈਂਟ ਨਹੀਂ, ਇਹ ਸਾਡੇ ਗੁਰੂ ਦਾ ਹੁਕਮ ਹੈ।
साडा गुरु कहता है, बिना शास्त्र केसंग नरंग भेड़ जानो, पाकर ताहे कान हूँ किते लै सधानो। यही मोर आग्या सुनो हे प्यारे, बिना शास्त्र केसंग ना देव हूँ ददारे। हे सिखा बिना हथियार ते केसां तो मेरे कोले ना आवी, ते मैं तैनूं दर्शन नहीं देने, ते फिर दर्शन किसे पखंडी गुरु दे करन जावांगे आपां। पंजाब दे मुख मंत्री नूं भी इतराज होया इस स्टेटमेंट ते बड़ा भारी। आप खुद मुख मंत्री साहब इत्थे गृह मंत्री कोले आके 20 कंपनियां मॉडर्न गनमैनां दियां ते हथियारां दियां मंगदा है, ते जथेदार साहब की स्टेटमेंट ते साध संगत जी इतराज, ये जथेदार की स्टेटमेंट नहीं, ये साडे गुरु का हुक्म है। अस पर कृपान खंडो खड़ग, तुबक तवर अर तीर, सैफ सरोही सहथी, यही हमारे पीर। हथियार साडे पीर ने, पर शर्त यह है, शास्त्र रख के किसी की इज्जत लुटनी, किसी की दुकान लुटनी, किसी ते बदमाशी करनी, ये वड्डा पाप है। पर सैल्फ डिफेंस वास्ते आ पंजे ककारां दे विचों कृपान ये की है? ये शास्त्र है गुरु का बख्शिया। शास्त्र साडे पीर हन, पर शास्त्र रख के गुंडागर्दी करनी, बदमाशी करनी, ये शोभा नहीं गुरु के सिख नूं दिंदी। सो इस करके भाई जे तुसीं कहने हो, कहंदे शास्त्रां दे नाल आ शांति फैलदी है, गदर पैंदा है, तां असीं बेनती करदे हां बार्डरां तो फौजां हटा लो, तोपां हटा लो, ते चंगी तरह शांति फैल जाएगी, नाले पता लग जू। जे शास्त्रां ते तुहानूं इन्ना इतराज है, बार्डरां ते तोपां क्यों बीड़ियां ने? क्योंकि शास्त्र रखण नाल हमेशा शांति मिलदी है, दुष्टां नूं सोधिया जांदा है, जालमां दा सोधा लाया जांदा है। इस करके आओ सतगुरु किरपा करन। अज जिथे कथा करन वास्ते आए हैं, बाबा हरनाम सिंह होरां ने ड्यूटी लाई सी, नाल साडे बाबा सुखदेव सिंह आए है, उत्थे बेनती करन वास्ते भी आए हैं। 6 जून वाले दिन सारियां ने गुरुद्वारा गुरदर्शन प्रकाश मेहता चौक विखे दमदमी टकसाल दे हैडकुआटर ते बाबा जरनैल सिंह खालसा अते समूह सिंह शहीद सिंघां दे शहीदी समागम विच आप जी ने शामिल होना है। सिंह साहब जी आप जी ने भी सारियां नूं बेनती है, ये साडी बेनती प्रवान करियो। जदों कदे फेर समा मिलिया, फेर कथा दे रूप दे विच आके आप जी की सेवा करांगे। दास कोई विद्वान नहीं, ये तो गुरु किरपा करे, ये तो 4 अखर तां बोले जाते है, गुरु की किरपा तो बिना तो ये शरीर मिट्टी है। आओ हुण अखीरलियां 2 पंक्तियां पढ़ करके समाप्ति करिए जी। वाहिगुरु जीओ कर कर करना लिख लै जाहो, आपे बीज आपे ही खाहो, नानक हुक्मी आवो जाहो। कर कर करना लिख लै जाहो, आपे बीज आपे ही खाहो, नानक हुक्मी आवो जाहो। वाहिगुरु जी का खालसा, वाहिगुरु जी की फतेह।